ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਹੀ ਸਵਾ ਜਨ ਕੈ ਸੰਗ ਚਿਤ ਆਵੈ ਨਾਮ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗੈ ਮੀਠਾ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਦੋਏ ਕਰ ਜੋੜ ਰਸਨਾ ਪਵਿੱਤਰ ਕਰੀਏ। ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਸੰਤ ਬਾਬਾ ਨਿਧਾਨ ਸਿੰਘ ਜੀ, ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ, ਮਹਾਂਪੁਰਸ਼ਾਂ ਦੀ ਯਾਦ ਮਹਾਂਪੁਰਸ਼ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਔਰ ਮਹਾਂਪੁਰਸ਼ ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਜਿਨ੍ਹਾਂ ਦੀ ਅੱਜ ਮਿੱਠੀ ਤੇ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਪ੍ਰੋਗਰਾਮ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲਿਖੇ ਗਏ ਨੇ। ਵੱਡੇ ਭਾਗਾਂ ਵਾਲੇ ਹੋ ਜੋ ਆਪ ਸੰਗਤ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਜੀ ਬਾਣੀ ਸਰਵਣ ਕਰਕੇ, ਕਥਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਮਾਂ ਸੀਮਤ। ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਐਸਾ ਕੌਤਕ ਕੀਤਾ ਜਿਸ ਦੇ ਬਾਰੇ ਅਸੀਂ ਆਮ ਇਹ ਗੱਲ ਸੁਣਦੇ ਹੁੰਦੇ ਸਾਂ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ। ਅਸੀਂ ਪੜ੍ਹਦੇ ਰਹੇ ਤੇ ਸੁਣਦੇ ਰਹੇ ਕਿ ਨਹੀਂ ਪੈਂਦੀਆਂ ਦੋ, ਇੱਕ ਹੀ ਪੈਂਦੀ ਹੈ। ਪਰ ਕੇਸਗੜ੍ਹ ਸਾਹਿਬ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸਾ ਕਰਤੱਵ ਕੀਤਾ, ਇੱਕ ਦੇ ਵਿੱਚ ਦੋ ਪਾ ਦਿੱਤੀਆਂ। ਕਿਉਂ ਦੋ ਕਿਹੜੀਆਂ ਪਾ ਦਿੱਤੀਆਂ? ਉਹਨਾਂ ਨੇ ਆਖਿਆ ਇਹ ਨਹੀਂ ਕਿ ਸੰਤ ਕੋਈ ਵੱਖਰਾ ਹੈ ਤੇ ਸਿਪਾਹੀ ਕੋਈ ਵੱਖਰਾ ਹੈ। ਆਖਿਆ ਗੁਰੂ ਕਾ ਖਾਲਸਾ ਜਿਹੜਾ ਅੱਜ ਸਾਜਿਆ ਜਾ ਰਿਹਾ ਹੈ, ਜਿਸ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਜਾ ਰਹੀ ਹੈ, ਪੰਜ ਕਕਾਰ ਦਿੱਤੇ ਜਾ ਰਹੇ ਨੇ, ਪੰਜ ਬਾਣੀਆਂ ਦਿੱਤੀਆਂ ਜਾ ਰਹੀਆਂ ਨੇ, ਰਹਿਤ ਬਹਿਤ ਦਾ ਧਾਰਨੀ ਬਣਾਇਆ ਜਾ ਰਿਹਾ ਹੈ। ਇਹ ਅੱਜ ਤੋਂ ਲੈ ਕਰਕੇ ਸੰਤ ਵੀ ਇਹ ਹੋਏਗਾ ਤੇ ਸਿਪਾਹੀ ਵੀ ਇਹ ਹੋਏਗਾ। ਜਦੋਂ ਅੰਮ੍ਰਿਤ ਵੇਲੇ ਉੱਠੇਗਾ, ਕਿਸ਼ਾਰਾ ਤੌਲੀਆ ਦੇ ਮੋਢੇ ਤੇ ਹੋਏਗਾ, ਇਸ਼ਨਾਨ ਕਰੇਗਾ, ਸਾਵਧਾਨ ਕਾਗਰ ਚੀਤ ਹੋ ਕਰਕੇ ਜਦੋਂ ਸਿਮਰਨ ਕਰੇਗਾ, ਨਿਤਨੇਮ ਬਾਣੀਆਂ ਦਾ ਜਾਪ ਕਰੇਗਾ ਤੇ ਇਹਦੇ ਵਰਗਾ ਸੰਤ ਕੋਈ ਨਹੀਂ ਹੋਵੇਗਾ। ਤੇ ਜਦੋਂ ਆਪਣੀ ਕਿਰਤ ਕਰੇਗਾ, ਜਦੋਂ ਜ਼ਬਰ ਤੇ ਜੁਰਮ ਦੇ ਵਿਰੁੱਧ ਵਿੱਚ ਇਹ ਜੰਗ ਦੇ ਮੈਦਾਨ ਦੇ ਵਿੱਚ ਲੜੇਗਾ ਤੇ ਇਹਦੇ ਵਰਗਾ ਕੋਈ ਸਿਪਾਹੀ ਨਹੀਂ ਹੋਵੇਗਾ। ਇਸ ਕਰਕੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਖਾਲਸੇ ਤੇ, ਤੁਹਾਡੇ ਸਾਰਿਆਂ ਤੇ, ਤੁਹਾਨੂੰ ਸੰਤ ਵੀ ਬਣਾਇਆ ਤੇ ਤੁਹਾਨੂੰ ਸਿਪਾਹੀ ਵੀ ਬਣਾਇਆ। ਔਰ ਮੈਂ ਬੇਨਤੀ ਕਰਨੀ ਚਾਹਾਂ, ਮਹਾਂਪੁਰਸ਼ਾਂ ਦੇ ਜੀਵਨ ਕਾਲ ਨੂੰ ਮੈਂ ਪੜ੍ਹ ਰਿਹਾ ਸਾਂ ਕਿ ਉਹਨਾਂ ਦਾ ਕੈਸਾ ਜੀਵਨ ਕਾਲ ਸੀ, ਕੈਸਾ ਦਿਆਲੂ ਸੁਭਾਅ ਸੀ, ਕਿਵੇਂ ਉਹ ਗਰੀਬਾਂ, ਅਨਾਥਾਂ, ਲੋੜਵੰਦਾਂ, ਦੀਨ ਦੁਨੀਆ, ਦੀਨ ਦਰਦਾਂ ਦੀ ਮਦਦ ਕਰਿਆ ਕਰਦੇ ਸਨ। ਉਹਦੇ ਬਾਰੇ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਅੱਜ ਦੇ ਅਜੋਕੇ ਯੁੱਗ ਦੇ ਵਿੱਚ ਸੱਚੇ ਤੇ ਸੁੱਚੇ ਗੁਰਬਾਣੀ ਦੇ ਆਸ਼ੇ ਮੁਤਾਬਕ, ਗੁਰਬਾਣੀ ਦੀ ਕਸਵੱਟੀ ਦੇ ਅਨੁਸਾਰ ਸੱਚੇ ਤੇ ਸੁੱਚੇ ਸੰਤ ਦੀ ਭਾਲ ਕਰਨੀ ਵੀ ਬਹੁਤ ਔਖੀ ਆ, ਕਿਉਂਕਿ ਅਸਲ ਦੇ ਨਾਲ ਨਕਲ ਬਹੁਤ ਚੱਲ ਪਈ ਆ। ਅਸਲ ਇੱਕ ਸੀ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਤੇ 22 ਮੰਜੀਆਂ ਹੋਰ ਲੱਗ ਗਈਆਂ ਸਨ ਨਾਲ। ਉਹ ਵੀ ਦਾਅਵਾ ਕਰਨ ਲੱਗ ਪਏ ਸਨ ਕਿ ਗੁਰੂ ਅਸੀਂ ਆ। ਪਰ ਪਾਰਖੂ ਅੱਖ ਬਾਬਾ ਮੱਖਣ ਸ਼ਾਹ ਲਬਾਣੇ ਦੀ, ਜਿਸ ਨੇ ਇਹ ਸਾਨੂੰ ਦੱਸ ਦਿੱਤਾ ਕਿ ਅਸਲ ਗੁਰੂ ਕੌਣ ਹੈ, ਗੁਰੂ ਕੇ ਸਿੱਖਾ ਗੁਰਬਾਣੀ ਦੇ ਆਸ਼ੇ ਅਨੁਸਾਰ ਤੇਰੇ ਕੋਲ ਇਹ ਪਰਖ ਜ਼ਰੂਰ ਹੋਣੀ ਚਾਹੀਦੀ।
ਇੱਕ ਰਾਜੇ ਨੇ ਐਲਾਨ ਕਰ ਦਿੱਤਾ, ਸੰਤ ਕੌਣ ਹੈ? ਮੈਂ ਸੰਤ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਜੀ ਪੁੱਲੀ ਵਾਲੇ ਅੰਮ੍ਰਿਤਸਰ ਦੀ ਧਰਤੀ ਤੇ, ਜਿਨ੍ਹਾਂ ਨੇ ਮਾਨਯੋਗ ਗਿਆਨੀ ਸੰਤ ਸਿੰਘ ਮਸ਼ਕੀਨ ਜੀ ਉਹਨਾਂ ਦੇ ਨਾਲ ਵੀ ਬਹੁਤ ਸੰਗਤ ਕੀਤੀ। ਇੱਕ ਦਿਨ ਮੈਂ ਉਹਨਾਂ ਦੇ ਸਥਾਨ ਤੇ ਜਾ ਕਰਕੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ, ਮੈਂ ਕਿਹਾ ਬਾਬਾ ਜੀ ਅੱਜ ਮੈਂ ਤੁਹਾਡੇ ਕੋਲ ਆਇਆ, ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਉਹ ਨਿਵਰਤ ਕਰ ਦਿਓ। ਉਹਨਾਂ ਦਾ ਇੱਕ ਸੁਭਾਅ ਹੋਇਆ ਕਰਦਾ ਸੀ, ਜਦੋਂ ਵੀ ਜਗਿਆਸੂ ਕੋਈ ਉਹਨਾਂ ਦੇ ਕੋਲ ਜਾਣਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਕਿ ਜਾਓ ਗੁਰਮੁਖਾ ਪੰਗਤ ਵਿੱਚ ਬੈਠ ਕਰਕੇ ਲੰਗਰ ਛਕ ਕੇ ਆ। ਫਿਰ ਦੂਸਰਾ ਬਚਨ ਇਹ ਕਹਿਣਾ ਕਿ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਓ, ਮੱਥਾ ਟੇਕ ਕਰਕੇ ਆਓ। ਫਿਰ ਆਖਣਾ ਤੀਸਰੇ ਟਾਈਮ ਤੇ ਮੇਰੇ ਕੋਲ ਆਉਣਾ ਹੈ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਬਾਬਾ ਜੀ ਮੈਨੂੰ ਇੱਕ ਗੱਲ ਦੇ ਉੱਤੇ ਸ਼ੰਕਾ ਹੈ ਕਿ ਸੰਤ ਕਹਿੰਦੇ ਕਿਹਨੂੰ ਹੈ? ਹੱਸ ਕੇ ਮੈਨੂੰ ਕਹਿੰਦੇ ਤੈਨੂੰ ਕੀ ਸ਼ੱਕ ਹੋ ਗਿਆ? ਮੈਂ ਆਖਿਆ ਮੈਨੂੰ ਸ਼ੱਕ ਕੋਈ ਨਹੀਂ ਹੋਇਆ, ਅੱਜ ਇਸ ਭੇਖ ਦੀ ਦੁਰਵਰਤੋਂ ਬਹੁਤ ਕੀਤੀ ਜਾ ਰਹੀ ਹੈ ਤੇ ਜੋ ਸ਼ਬਦ ਮੈਨੂੰ ਉਹਨਾਂ ਨੇ ਕਹੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਉਹਨਾਂ ਨੇ ਆਖਿਆ ਭਾਈ ਗੁਰਮੁਖਾ ਤੂੰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਇਆ? ਮੈਂ ਕਿਹਾ ਹਾਂਜੀ ਮੈਂ ਮੱਥਾ ਟੇਕਿਆ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ? ਮੈਂ ਕਿਹਾ ਹਾਂਜੀ। ਕਹਿੰਦੇ ਜਿਹੜਾ ਉਹਦੇ ਤੇ ਕੰਬਲ ਲੋਈ ਦਿੱਤੀ ਹੋਵੇਗੀ ਤੂੰ ਉਹਦੇ ਤੋਂ ਜਾ ਚੁੱਕ ਕੇ ਲੈ ਕੇ ਆ, ਤੈਨੂੰ ਉਹ ਕੁਝ ਨਹੀਂ ਕਹੇਗਾ। ਤੂੰ ਮੇਰੇ ਮੋਢੇ ਤੋਂ ਲੋਈ ਲਾ ਕੇ ਦੱਸ, ਮੈਂ ਖੁੰਡਾ ਹੱਥ ਵਿੱਚ ਫੜਿਆ, ਮੈਂ ਤੈਨੂੰ ਲਾਉਣ ਨਹੀਂ ਦੇਣੀ ਜੀ। ਕਹਿੰਦੇ ਉਹਦੇ ਅੱਗੇ ਪੈਸੇ ਜਿਹੜੇ ਪਏ ਨੇ, ਗੋਲਕ ਵਿੱਚ ਪੈਸੇ ਪਏ ਨੇ, ਜਾ ਚੁੱਕ ਲਿਆ, ਤੁਹਾਨੂੰ ਉਹ ਕੁਝ ਨਹੀਂ ਕਹੇਗਾ। ਆ ਮੇਰੀ ਟੋਕਰੀ ਦੇ ਵਿੱਚ ਜਿਹੜੇ ਪੈਸੇ ਪਏ ਨੇ ਚੁੱਕ ਕੇ ਦੱਸ, ਆ ਮੇਰੇ ਕੋਲ ਖੁੰਡਾ, ਮੈਂ ਤੈਨੂੰ ਚੱਕਣ ਨਹੀਂ ਜੇ ਦੇਣੇ। ਕਹਿੰਦੇ ਫਿਰ ਸੰਤ ਕੌਣ ਹੋਇਆ? ਕਹਿੰਦੇ ਇਸ ਕਰਕੇ ਇਸ਼ਾਰਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਪਾਸੇ ਤੇ ਮੈਂ ਉਸ ਰਾਜੇ ਦੀ ਗੱਲ ਕਹਿ ਕੇ ਤੁਹਾਡੇ ਕੋਲ ਖਿਮਾ ਦਾ ਜਾਚਕ ਹੋ ਜਾਵਾਂ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗੇ ਮੀਠਾ। ਸੰਤ ਦੀ ਸੰਗਤ ਕਰੇ, ਸੰਤ ਦੀ ਜਪ ਤਪ ਕਮਾਈ ਇਵੇਂ ਦੀ ਹੋਵੇ ਕਿ ਸੰਤ ਦਾ ਸੰਗਤ ਕਰਕੇ ਉਹ ਤੁਹਾਨੂੰ ਤੁਹਾਡੇ ਅੰਦਰੋਂ ਰੱਬ ਦਿਖਾ ਦੇਵੇ, ਤੁਹਾਡੇ ਅੰਦਰੋਂ ਤੁਹਾਨੂੰ ਪ੍ਰਮਾਤਮਾ ਦਿਖਾ ਦੇਵੇ ਤੇ ਪ੍ਰਮਾਤਮਾ ਦਿਖਾ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲਾ ਦੇਵੇ ਤੇ ਤੁਹਾਨੂੰ ਬਾਣੀ ਮਿੱਠੀ ਲੱਗਣ ਲੱਗ ਪਵੇ। ਉਹਨੂੰ ਸੰਤ ਆਖਿਆ ਹੈ। ਤੇ ਉਸ ਰਾਜੇ ਨੇ ਐਲਾਨ ਕਰ ਦਿੱਤਾ, ਬਨਾਰਸ ਦੀ ਧਰਤੀ ਦੇ ਉੱਤੇ ਸੰਤ ਹੋਏ ਜੇ, ਸੰਤਾਂ ਦੀ ਧਰਤੀ ਹੋਈ। ਕਬੀਰ ਨੂੰ ਇਹ ਗੱਲ ਕਹਿਣੀ ਪਈ ਕਿ ਬਨਾਰਸ ਵਿੱਚ ਹਰ ਕੇ ਸੰਤ ਘੱਟ ਹੋਏ ਨੇ ਤੇ ਬਨਾਰਸ ਦੇ ਠੱਗ ਜ਼ਿਆਦਾ ਹੋਏ ਨੇ। ਔਰ ਮੈਂ ਗੱਲ ਕਰਦਾ, ਰਾਜੇ ਨੇ ਐਲਾਨ ਕੀਤਾ, ਉਹਨਾਂ ਨੇ ਆਖਿਆ ਆਪਣੇ ਵਜ਼ੀਰ ਨੂੰ ਆਖਿਆ ਕਿ ਜਾਓ ਮੇਰੇ ਰਾਜ ਭਾਗ ਦੇ ਵਿੱਚ ਜਿਹੜਾ ਕੋਈ ਸੰਤ ਹੈ, ਅਸ਼ਰਫੀਆਂ ਦਾ ਉਹਨੇ ਇੱਕ ਥੈਲਾ ਦਿੱਤਾ, 100 ਅਸ਼ਰਫੀਆਂ ਦਿੱਤੀਆਂ। ਕਹਿੰਦੇ ਜਾਓ ਜਿਹੜੇ ਮੇਰੇ ਰਾਜ ਭਾਗ ਦੇ ਵਿੱਚ ਸੰਤ ਆ ਉਹਨਾਂ ਨੂੰ ਇੱਕ ਇੱਕ ਅਸ਼ਰਫੀ ਸੋਨੇ ਦੀ ਦੇ ਕੇ ਆਓ। ਵਜ਼ੀਰ ਬੜਾ ਸਿਆਣਾ ਸੀ, ਸੂਝਵਾਨ ਸੀ ਤੁਹਾਡੇ ਵਾਂਗ। ਸਵੇਰੇ ਨਿਕਲ ਗਿਆ, ਅਸ਼ਰਫੀਆਂ ਦੀ ਥੈਲੀ ਭਰੀ ਤੇ ਜਦੋਂ ਸ਼ਾਮ ਨੂੰ ਵਾਪਸ ਆਇਆ 100 ਲੈ ਕੇ ਗਿਆ ਸੀ, 100 ਦੀਆਂ 100 ਹੀ ਵਾਪਸ ਲਿਆਇਆ। ਰਾਜੇ ਨੇ ਆਖਿਆ ਕੀ ਗੱਲ? ਮੈਂ ਤੈਨੂੰ 100 ਅਸ਼ਰਫੀਆਂ ਦਿੱਤੀਆਂ ਸੀ, ਸੋਨੇ ਦੀਆਂ ਮੋਹਰਾਂ ਦਿੱਤੀਆਂ ਸੀ ਕਿ ਜਿਹੜੇ ਮੇਰੇ ਰਾਜ ਭਾਗ ਦੇ ਵਿੱਚ ਸੰਤ ਹੈ ਉਹਨਾਂ ਨੂੰ ਇੱਕ ਇੱਕ ਮੋਹਰ ਦੇ ਕੇ ਆਈ ਤੇ ਤੂੰ 100 ਲੈ ਕੇ ਗਿਆ ਸੀ, 100 ਦੀਆਂ 100 ਹੀ ਵਾਪਸ ਲੈ ਕੇ ਆ ਗਿਆ। ਤੇ ਵਜ਼ੀਰ ਸਿਆਣਾ ਸੀ, ਸੂਝਵਾਨ ਸੀ, ਉਹਨਾਂ ਨੇ ਆਖਿਆ ਰਾਜਨ ਹਾਂ ਤੁਹਾਡੇ ਰਾਜ ਵਿੱਚ, ਕਹਿੰਦਾ ਰਾਜਾ ਆਖਦਾ ਮੇਰੇ ਰਾਜ ਵਿੱਚ ਸੰਤ ਕੋਈ ਨਹੀਂ? ਕਹਿੰਦਾ ਹੈ। ਕਹਿੰਦਾ ਫਿਰ ਦੇ ਕੇ ਕਿਉਂ ਨਹੀਂ ਆਇਆ? ਉਹ ਵਜ਼ੀਰ ਆਖਦਾ ਮਹਾਰਾਜ ਰਾਜਨ ਜਿਹੜੇ ਸੰਤ ਸੀ ਮੈਂ ਉਹਨਾਂ ਨੂੰ ਇਹ ਸੋਨੇ ਦੀਆਂ ਮੋਹਰਾਂ ਦੇਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਤੇ ਜਿਹੜੇ ਅਸੰਤ ਸੀਗੇ ਉਹ ਮੰਗਦੇ ਸੀ, ਮੈਂ ਦਿੱਤੀਆਂ ਨਹੀਂ, ਇਸ ਕਰਕੇ ਸਾਰੀਆਂ ਵਾਪਸ ਲਿਆ। ਇਸ ਕਰਕੇ ਮੈਂ ਬੇਨਤੀ ਕਰਨੀ ਮਹਾਂਪੁਰਖ ਸੰਤ ਬਾਬਾ ਨਿਧਾਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕੀਤਾ, ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ ਤੇ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ, ਜਿਨ੍ਹਾਂ ਨੂੰ ਮੈਂ ਰਾਤਰੀ ਦੇ ਸਮੇਂ ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕੀਤੀਆਂ, ਮਨ ਗਦ-ਗਦ ਹੋ ਗਿਆ। ਜਿਨ੍ਹਾਂ ਦੀ ਪ੍ਰੇਰਣਾ ਸੀ ਮੈਨੂੰ, ਉਹਨਾਂ ਨੇ ਆਖਿਆ ਭਾਈ ਸਾਹਿਬ ਜੀ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋ, ਮੰਜੀ ਸਾਹਿਬ ਤੇ ਕਥਾ ਕਰਦੇ ਹੋ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਇੱਥੇ ਕੇਵਲ ਤਾਂ ਕੇਵਲ ਸਟੇਜ ਦੇ ਉੱਤੇ ਗੁਰਮਤਿ ਦੀ ਨਿਰੋਲ ਕਥਾ ਕਰਨੀ ਆ, ਕੋਈ ਰਾਜਨੀਤਿਕ ਬਚਨ ਨਹੀਂ ਜੇ ਕਰਨਾ। ਇਹ ਆ ਸੰਤ ਜੋ ਜਿਹਦੀ ਸੰਗਤ ਕੀਤਿਆਂ ਉਹ ਗੁਰੂ ਦੇ ਨਾਲ ਮਿਲਾ ਦੇਵੇ, ਸਿਧਾਂਤ ਦੇ ਨਾਲ ਮਿਲਾ ਦੇਵੇ। ਮੈਂ ਹਾਰਦਿਕ ਧੰਨਵਾਦ ਕਰਦਾ ਹਾਂ ਮਹਾਂਪੁਰਸ਼ਾਂ ਦਾ ਔਰ ਪ੍ਰਬੰਧਕ ਜਨਾਂ ਦਾ, ਸਟੇਜ ਸਕੱਤਰ ਦਾ, ਜਿਨ੍ਹਾਂ ਨੇ ਰਾਤਰੀ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰਵਾਈ ਹੈ, ਹੁਣ ਵੀ ਸਮਾਂ ਦੇ ਕੇ ਨਿਵਾਜਿਆ ਹੈ। ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਪਰ ਮੈਂ ਪਿੱਛੇ ਜਦੋਂ ਤੁਰਿਆ ਸਾਂ ਅੰਮ੍ਰਿਤਸਰ ਤੋਂ ਤੇ 2 ਘੰਟੇ ਜਹਾਜ਼ ਦੀ ਫਲਾਈਟ ਸੀਗੀ
ਤੇ 20-25 ਹਜ਼ਾਰ ਰੁਪਇਆ ਖਰਚਿਆ। ਮੈਂ ਕਿਹਾ ਚੰਗਾ ਖੁੱਲਾ ਸਮਾਂ ਮਿਲਣਾ, ਪਰ ਸਮੇਂ ਦੀ ਭਾਵੇਂ ਸੰਕੋਚ ਹੀ ਰਿਹਾ ਹੈ, ਪਰ ਫਿਰ ਵੀ ਚਲੋ ਗੁਰੂ ਕਿਰਪਾ ਕਰੇ ਹਾਜ਼ਰੀ ਤੇ ਲੱਗ ਗਈ ਆ ਨਾ। ਪਰ ਮੈਂ ਉਹ ਮਹਿਸੂਸ ਕੀਤਾ, 10ਵੀਂ ਵਿੱਚ ਐਸੀ ਇੱਕ ਕਵਿਤਾ ਪੜ੍ਹਦੇ ਹੁੰਦੇ ਸੀ, ਅਣਸੱਦੇ ਪ੍ਰਾਹੁਣੇ। ਕਹਿਣ ਦਾ ਭਾਵ ਹੈ, ਮੈਨੂੰ ਇੰਜ ਲੱਗ ਰਿਹਾ ਸੀ ਵੀ ਆਰ ਅਨਇਨਵਾਈਟਡ ਗੈਸਟ। ਇਸ ਕਰਕੇ ਯਤਨ ਕਰਿਆ ਕਰੀਏ ਵੀ ਸੀਮਤ ਜੇ ਜਥੇ ਸੱਦਿਆ ਕਰੀਏ, ਸੀਮਤ ਜੇ ਕਥਾਵਾਚਕ ਸੱਦਿਆ ਕਰੀਏ, ਤਾਂ ਕਿ ਖੁੱਲੀਆਂ ਤੇ ਵਿਚਾਰਾਂ ਹੋ ਸਕਣ, ਖੁੱਲ ਕੇ ਵਿਚਾਰ ਕੀਤੀ ਜਾ ਸਕੇ, ਖੁੱਲ ਕੇ ਕੀਰਤਨ ਕੀਤਾ ਜਾ ਸਕੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।